अस्सलाम वालेकुम जी, की हाल है मेरे वीरों का? ठीक ठाक हो? अच्छा जी वीरो, अल्लाह पाक ने सानू अज एक होर जगह ते भेजिया ते यकीन करो रब सोना हमेशा उत्थे ही भेजदा आ जिथे उहदा बंदा बहुत ज़्यादा मुश्किल दे विच हुंदा, बहुत परेशानी दे विच हुंदा। ते अज असीं आए हैं टोबे दे नज़दीक ही यह पिंड आ ते उहदी बहुत ही बुरी जी हालत आ। बाकी वीरां नूं पुछदे आ वीरे दा अपना नाम की आ। सिर्फ मैनूं इन्ना पता आ कि मुगल करके कहंदे या मुगलों का घर आ कोई। अस्सलाम वालेकुम भाजी। वालेकुम सलाम जी। होर भाजी की हाल चाल आ? ठीक ठाक भाई, शुक्र अल्लाह दा। भाजी एक इत्थे कोई मुगलों का घर आ कोई, हाँ जी, ये मैनूं पता चलिया सी कि सोलंग पट होया, हुण अगे मैनूं नहीं पता हैगा। जी ये सदराइयां छोटियां 395 शाहद मुगल का घर। शाहद मुगल का घर ते वो शाहद मुगल ठीक आ? ये तो फैर लगे लत्त ते। किन्ना अरसा हो गया? तकरीबन 4 साल की गल है, 4 साल दी या 3 3.5 साल की, इन्ना पक्का नहीं पता हैगा। इन्ना की पता कि 4 साल की गल हैगी। हुण ओहदी जिंदगी किस तरह की गुजरदी पई? जिंदगी बहुत गरीबी नाल गुजरन डई है। अच्छा। बहुत माड़ा वा, घर दा सर्कट नहीं चलदा हैगा। अच्छा, माड़ा बंदा। अस्सलाम वालेकुम भाजी। वालेकुम अपना नाम की है भाजी? मेरा नाम तनवीर है। तनवीर। हाँ जी, तनवीर साहब, ये हकीकत है जिद्दां वीरा कहंदा आ, इस तरह के हालात आ वीरे दे घर दे? इदां ही है जी, मेरा तो हमसाया वा, इदां ही हालात है माड़े। अच्छा, घर तुहाडा किहड़ा घर है जी? ਉਹਦੇ ਨਾਲ ਦਾ ਹੀ ਉਰਲਾ। अच्छा, चलिए सानू लैके चलोगे उन्होंने घर? ਆਜੋ। हाँ जी, ले चलदे लैके चलो यार, साडे नाल चलो। अस्सलाम वालेकुम बाबा जी। और बाबा जी की हाल? चलो जी भाजी, चलिए साडे नाल चलो जी। आजो जी, ते चलदे ਤੁਹਾਨੂੰ ਘਰ ਆ सोलंग पट्टिया है इथों। जी जी, हाँ जी आजो। बाकी जाके वीरिਆਂ ਨੂੰ ਦਿਖਾਉਂਦੇ ਆ ਕਿ ਅੱਗੇ ਹਕੀਕਤ ਕੀ ਆ, हाँ जी। ਕਿੰਨਾ ਕਿ ਇਸ ਗੱਲ ਦੇ ਵਿੱਚ ਸਚਾਈ ਆ ਨਹੀਂ ਸਚਾਈ। ਤੇ ਬਾਕੀ ਆਪਾਂ ਇਨਸ਼ਾ ਤਾਲਾ ਸ਼ਾਹਦ ਨਾਂ ਦੱਸਿਆ ਨਾ, शाहद ना। ਸ਼ਾਹਦ ਵੀਰੇ ਦੇ ਨਾਲ ਆਪਾਂ ਇਨਸ਼ਾ ਤਾਲਾ ਖੜੇ ਹੋਣਾ ਤੇ ਸ਼ਾਹਦ ਨੂੰ ਆਪਾਂ ਪੈਰਾਂ ਤੇ ਖੜੇ ਕਰਨਾ, ਸਟੈਂਡ ਕਰਨਾ। ਇਹਨਾਂ ਦੇ ਕੀ ਹਾਲਾਤ ਆ, ਜ਼ਿੰਦਗੀ ਇਹਨਾਂ ਦੀ ਕਿਸ ਤਰ੍ਹਾਂ ਦੀ ਗੁਜ਼ਰਦੀ ਪਈ ਹੈ? ਬਹੁਤ ਮੁਸ਼ਕਿਲ ਜਿਆਦੀ ਗੁਜ਼ਰਨ ਡਈ ਹੈ। ਅੱਛਾ, ਬਹੁਤ ਘਰ ਦਾ ਕੋਈ ਤੁਸੀਂ 4 ਸਾਲ ਕਹਿ ਰਹੇ, 4 ਸਾਲਾਂ 'ਚ ਇਹਨਾਂ ਦਾ ਕਿੱਦਾਂ ਗੁਜ਼ਾਰਾ ਹੋਇਆ? ਸਿੱਧੇ ਹੀ ਕੋਈ ਮਾੜਾ ਚੰਗਾ ਕੋਈ ਆਸਰਾ ਕਰ ਦਿੰਦਾ ਤਾਂ ਗੁਜ਼ਾਰਾ ਹੋ ਜਾਂਦਾ ਉਹਦਾ। ਪਿੰਡ ਦਾ ਮਾੜਾ ਚੰਗਾ ਕੋਈ ਆਸਰਾ ਕਰਦਾ ਵਾ। ਅੱਛਾ, ਤੇ ਆਜੋ ਭਾਈ ਮਿਲਾਈਏ ਤੁਹਾਨੂੰ। ਕਿਹੜਾ ਆ ਘਰ ਆ? ਹਾਂਜੀ ਆਹ ਘਰ। ਅੱਛਾ, ਆਹ ਭਾਈ ਹੋਣੀ ਆ ਮੁੰਡੇ ਨੂੰ। ਅੱਛਾ, ਬੈਠੋ ਬੈਠੋ ਭਾਜੀ, ਬੈਠੋ ਬੈਠੋ। ਲੱਗਦੇ ਆ ਇਹਨਾਂ ਨੂੰ ਉਠਾਈਏ? ਨਹੀਂ ਉੱਠਣ ਦਾ ਆਸਰੇ ਨਾਲ ਉਠਾਉਣਾ ਭਈਆਂ। ਅੱਛਾ, ਅੰਦਰ ਸਾਨੂੰ ਲੈ ਕੇ ਚੱਲੂਗੇ? ਘਰ ਤੁਹਾਡਾ ਦੇਖਣਾ ਸੀ ਨਾ? हाँ जी। ਬਾਬਾ ਜੀ ਤੁਸੀਂ ਵੀ ਸਾਡੇ ਨਾਲ ਜਾਣਾ ਅੰਦਰ, ਠੀਕ ਹੈ? ਬੱਚੇ ਹੈਗੇ ਤਾਂ ਮਾੜਾ ਜਿਹਾ ਪਰੇ ਕਰਾਓ। ਚਲੋ ਜੀ, ਬਿਸਮਿਲ੍ਲਾ ਪੜੋ ਜੀ। ਆਜੋ ਬਾਬਾ ਜੀ, ਆਜੋ, ਤੁਸੀਂ ਵੀ ਆਜੋ। ਇੱਥੇ ਬਹਿ ਜਾਓ ਭਾਜੀ। ਦੇ ਦੇ ਯਾਰ ਮੈਨੂੰ ਆਪਣਾ ਬੈਠਣ ਨੂੰ ਪੀੜੀ। ਅੱਛਾ, ਦੇਖਣ ਨੂੰ ਨਾ ਵੀਰਾ ਇਦਾਂ ਲੱਗਦਾ ਆ ਕਿ ਜਿੱਦਾਂ ਮਾਸ਼ਾਅੱਲਾ ਬਾਡੀ ਬਿਲਡਰ ਆ, ਬਿਲਕੁਲ ਫਿੱਟ ਫਾਟ ਆ। ਤੇ ਬਜ਼ਾਹਰ ਦੇਖਿਆ, ਬਾਹਰ ਵੀ ਬੈਠਿਆ, ਮੈਂ ਨਹੀਂ ਫੀਲ ਕੀਤਾ ਕਿ ਵੀਰਾ ਜਿਹੜਾ ਉਹ ਬਿਮਾਰ ਆ ਜਾਂ ਤੁਹਾਨੂੰ ਕੋਈ ਮਸਲਾ ਆ ਨਾ। ਤੇ ਭਾਜੀ ਕੀ ਐਸਾ ਮਸਲਾ ਬਣਿਆ ਕਿ ਜਿਹੜਾ ਤੁਹਾਡੀ ਜ਼ਿੰਦਗੀ 'ਚ ਇਹ ਪੁਆਇੰਟ ਆ ਗਿਆ ਕਿ ਤੁਸੀਂ ਇਸ ਤਰ੍ਹਾਂ ਦੀ ਮਫਲੂਜੀ ਵਾਲੀ ਜ਼ਿੰਦਗੀ 'ਚ ਚਲੇ ਗਏ ਆ? ਭਾਜੀ ਮੈਂ ਮਿਹਨਤ ਕਰਕੇ ਆਇਆ ਸੀ, ਮੈਂ 17 ਫੈਕਟਰੀ 'ਚ ਕੰਮ ਕਰਦਾ ਸੀ, ਮਜ਼ਦੂਰੀ ਕਰੀਦੀ ਸੀ, ਉਹ ਬੱਚਿਆਂ ਦਾ ਰੋਜ਼ ਮੁਹਰਾ ਮੇਰਾ ਚੱਲਦਾ ਸੀ, ਬੜਾ ਸੋਹਣਾ ਸਿਸਟਮ ਚੱਲਦਾ ਸੀ। ਮੈਂ ਜਦੋਂ ਘਰ ਆਇਆ, ਮੇਰੇ ਨਾਲ ਰਾਤ 12:30 ਵਜੇ ਮੇਰੇ ਘਰ ਤੇ ਬੰਦੇ ਆ ਗਏ। ਇੱਕ ਬੰਦਾ ਅੰਦਰ ਆ ਗਿਆ, 2 ਬੰਦੇ ਬਾਹਰ ਸੀ। ਉਹਨਾਂ ਨੇ ਮੈਨੂੰ ਨਾ ਅੰਦਰ, ਮੇਰੀ ਅਚਾਨਕ ਅੱਖ ਖੁੱਲੀ ਤੇ ਜਿਹੜਾ ਅੰਦਰ ਕੁੰਡਾ ਖੋਲਦਾ ਸੀ ਨਾ, ਉਹਨੂੰ ਮੈਂ ਨਾ ਉੱਠ ਕੇ ਜ਼ਬਰ ਫੜ ਲਿਆ। ਉਹ ਜਦੋਂ ਮੈਂ ਉਹਨੂੰ ਫੜਿਆ, ਜਦੋਂ ਉਹਨੇ ਫਿਰ ਪੁਕਾਰ ਸ਼ੁਰੂ ਕਰ ਦਿੱਤੀ, ਫੈਰ ਮਾਰ ਫੈਰ ਮਾਰ ਫੈਰ ਮਾਰ। ਜਦੋਂ ਮੈਂ ਸਾਈਡ ਤੋਂ ਦੇਖਿਆ, ਬੰਦੇ 2 ਬਾਹਰ ਸੀ, ਉਹਨਾਂ ਨੇ ਫੈਰ ਮਾਰਨੇ ਸ਼ੁਰੂ ਕਰ ਦਿੱਤੇ। ਮੇਰੇ ਜਿੱਥੇ ਮੈਂ ਖੜਾ ਸੀਗਾ, ਮੇਰੇ ਪਾँव ਜਿਹੜੇ ਨਾ ਬਿਲਕੁਲ ਗਿੱਲੇ ਜਦੋਂ ਹੋਏ ਨਾ, ਮੈਂ ਪਿੱਛੇ ਮੁੜ ਕੇ ਦੇਖਿਆ, ਕੁਛ ਮੇਰੇ ਇਹ ਲੱਗੇ, ਮੈਂ ਆਪਣੀ ਪਰਵਾਹ ਨਹੀਂ ਕੀਤੀ। ਇਹ ਦੇਖੋ ਮੈਂ ਬਿਲਕੁਲ ਬੇਕਾਰ ਹੋ ਗਿਆ, ਚੂੜਾਂ ਲੱਤਾਂ ਤੋਂ ਮੇਰੇ ਇਸ ਤਰ੍ਹਾਂ। ਫਿਰ ਮੈਂ ਜਦੋਂ ਦੇਖਿਆ ਕਿ ਮੇਰੀ ਬੇਗਮ, ਮੇਰੇ ਪੈਰ ਗਿੱਲੇ ਹੋਏ, ਮੈਂ ਤੋਂ ਪਿੱਛੇ ਨੂੰ ਦੇਖਿਆ, ਮੇਰੀ ਬੇਗਮ ਗਿਰੀ ਹੋਈ, ਸਾਰਾ ਖੂਨ ਹੀ ਖੂਨ ਫਰਸ਼ 'ਤੇ ਹੋਏ। ਬਸ ਮੇਰੀ ਥੋੜ੍ਹੀ ਜਿਹੀ ਧੋਣ ਹੀ ਇਸ ਤਰ੍ਹਾਂ ਹੋਈ। ਉਹਨਾਂ ਨੇ ਗੰਨਾ ਆਪਣੇ ਗਲ ਦੇ ਵਿੱਚ ਪਾਏ, ਧੱਕਾ ਮਾਰ ਕੇ ਗੇਟ ਖੋਲ੍ਹ ਕੇ ਉਹ ਫਰਾਰ ਹੋ ਗਏ। ਉਸ ਤੋਂ ਬਾਅਦ 5 ਸਾਲ ਹੋ ਗਏ ਸਰ, ਮੈਂ ਇੰਨਾ ਕੁ ਤੰਗ ਹੋ ਗਿਆ ਕਿ ਮੇਰਾ ਬਹੁਤ ਹਾਲਾਤ ख़राब हो गए। मैं बहुत अपनी रोज़ी तो मेरा बच्चे सी पढ़ते, मैं बच्चे भी स्कूलों हटा लै, मैं खान पीन तो बिल्कुल तंग महरूम बैठा।
ਉਹ ਕਹਿੰਦੇ ਆ ਨਾ ਸਿਆਣੇ ਕਿ ਬਾਬਾ ਜੀ ਇਹੀ ਗੱਲ ਆ ਨਾ ਵੀ ਤਾਰੂ ਡੁੱਬਦਾ ਹੈ ਅੱਲਾ ਦੇ ਬੰਦਿਆ। ਮੈਨੂੰ ਹੁਣ ਵੀ ਨਜ਼ਰ ਆ ਰਿਹਾ ਵੀ ਹਜੇ ਵੀ ਤੇਰੇ ਡੋਲੇ ਛੋਲੇ ਮਾਸ਼ਾਅੱਲਾ ਬਿਲਕੁਲ ਫਿੱਟ ਆ ਤੇ ਉਸ ਟਾਈਮ ਤੇ ਪਤਾ ਨਹੀਂ ਕਿਸ ਤਰ੍ਹਾਂ ਦੀ ਜਾਨ ਹੋਏਗੀ। ਮੈਂ ਕਿਹਾ ਦੇਖ ਕੇ ਉਹਨੇ ਕੰਮ ਸਾਰੀ ਜ਼ਿੰਦਗੀ ਨਾ ਸਖਤ ਕੀਤਾ ਵਾ। ਉਹ ਸਖਤ ਕਰਨ ਦੀ ਵਜ੍ਹਾ ਨਾਲ ਨਾ ਪੱਥਰ ਦਾ ਕੰਮ ਕਰਦੇ ਰਹੇ ਆ, ਉਹਦੀ ਵਜ੍ਹਾ ਨਾਲ ਸਖਤ ਜਿਸਮ ਹੋਇਆ ਸੀਗਾ, ਮਿਹਨਤ ਬੜੀ ਕਰਦੇ ਰਹੇ ਆ। ਤੇ ਇਹਨਾਂ ਨੂੰ ਇਹ ਮਾਣ ਸੀ ਵੀ ਮੈਂ ਇਹਨਾਂ ਨੂੰ ਆਪਣੇ ਮੈਂ ਫੜ ਲਿਆ ਤਾਂ ਮੈਂ ਇਹਨੂੰ ਢਾ ਲੈਣਾ ਇਦਾਂ ਹੀ। ਮੈਂ ਉਹਨੂੰ ਛੱਡਣੀ ਨਹੀਂ ਸੀ। ਉਹਨਾਂ ਕੋਲ ਅਸਲਾ ਕੀ ਸੀ ਅੱਗੋਂ ਨਜ਼ਰ ਆਇਆ? 44 ਗੰਨਾ ਸੀ ਜੀ ਉਹਨਾਂ ਕੋਲ। ਤੁਹਾਨੂੰ ਪਤਾ ਸੀ ਉਹਨਾਂ ਕੋਲ 44 ਗੰਨਾ? ਮੈਂ ਸਾਈਡ ਤੋਂ ਨਹੀਂ ਦੇਖਿਆ ਸੀ ਜੀ। ਤੁਸੀਂ ਦੇਖਦੇ ਹੋਏ ਫੇਰ ਉਹਨਾਂ ਨੂੰ ਪੈ ਗਿਆ ਮੈਂ ਜੱਫਾ ਮਾਰ ਉਹਨੂੰ ਛੱਡੇ ਨਹੀਂ। ਮੈਂ ਕਿਹਾ ਤੇਰੇ ਵਿੱਚੋਂ ਦੀ ਗੋਲੀ ਲੱਗੇਗੀ ਵਰਨਾ ਮੈਂ ਤੈਨੂੰ ਛੱਡਾਂਗਾ ਨਹੀਂ। ਉਹਨੂੰ ਮੈਂ ਛੱਡੇ ਨੇ। ਮੈਂ ਜਦੋਂ ਮੇਰੇ ਇੰਤਹਾ ਹੋ ਗਈ ਮੇਰੇ ਬੱਚਿਆਂ ਦੇ ਲੱਗੇ ਉਸ ਵੇਲੇ ਮੈਂ ਧੋਣ ਹੀ ਬਸ ਪਿੱਛੇ ਨੂੰ ਕੀਤੀ। ਉਹ ਮੇਰੇ ਕੋ ਮੈਂ ਮਾਸ਼ਾਅੱਲਾ ਬੜਾ ਹੈਵੀ ਕੰਮ ਕਰਦਾ ਸੀ। ਮੈਂ ਬੜਾ ਜਵਾਨ ਸੀ, ਵੇਟ ਸੀ ਤੇ ਅੱਲਾ ਨੇ ਹੁਣ ਤਾਂ ਇਸ ਤਰ੍ਹਾਂ ਕਿ ਮੈਨੂੰ ਦੂਸਰੀ ਜ਼ਿੰਦਗੀ ਦਿੱਤੀ 2 ਦਫਾ। ਮੈਂ ਮਾੜਾ ਜਿਹਾ ਤੁਹਾਡੇ ਸਾਹਮਣੇ ਇਦਾਂ ਸਹੀ ਬੈਠਾ ਲੇਕਿਨ ਬਹੁਤ ਬੁਰੇ ਹਾਲਾਤ ਤੁਰਨ ਫਿਰਨ ਤੋਂ ਭਾਜੀ ਬਹੁਤ ਤੁਰ ਤੰਗ ਆ ਭਾਜੀ। ਮੈਂ ਤੁਰਨ ਫਿਰਨ ਤੋਂ ਬਹੁਤ ਤੰਗ ਆ ਭਾਜੀ। ਹੁਣ ਤੁਰ ਫਿਰ ਨਹੀਂ ਸਕਦੇ, ਸਿਰਫ ਮੰਜੇ ਤੇ ਰਹਿੰਦੇ ਆ। ਤੇ ਬਾਜੀ ਨੂੰ ਜਿਨ੍ਹਾਂ ਨੂੰ ਫੈਰ ਲੱਗੇ ਆ ਉਹਨਾਂ ਦੀ ਕੀ ਅੱਗੇ ਹਕੀਕਤ ਆ? ਉਹਨਾਂ ਦੀ ਕਿਸ ਤਰ੍ਹਾਂ ਦੀ ਜ਼ਿੰਦਗੀ ਗੁਜ਼ਰ ਰਹੀ? ਉਹ ਬਿਲਕੁਲ ਨਾਰਮਲ ਆ ਜਾਂ ਉਹ ਵੀ ਇਸ ਤਰ੍ਹਾਂ ਉਹਨਾਂ ਨੂੰ ਕੋਈ ਮਸਲਾ? ਨਹੀਂ ਉਹ ਆਪਣਾ ਥੋੜਾ ਜਿਹਾ ਆਪਣੇ ਚੱਲਦੇ ਫਿਰਦੇ ਨੇ। ਅੱਛਾ। ਹਾਂਜੀ ਆਪਣਾ ਤੇ ਬੱਚੇ ਬੁੱਚੇ ਤੁਹਾਡੇ ਕਿੰਨੇ ਆ? ਬੱਚੇ ਕਿੰਨੇ ਆ? ਮੇਰੇ ਜੀ 2 ਬੇਟੇ 1 ਬੇਟੀ ਮੇਰੀ ਜੀ। ਅੱਛਾ। ਹਾਂਜੀ ਬੇਟਾ ਮੇਰਾ ਪੜਦਾ ਸੀ। ਮੇਰੇ ਕੋ ਹਾਲਾਤ ਇੰਨੇ ਤੰਗ ਹੋ ਗਏ ਕਿ ਮੈਂ ਆਪਣੇ ਬੱਚੇ ਨੂੰ ਪੜ੍ਹਨੇ ਤੋਂ ਹਟਾ ਲਿਆ। ਉਹਨੂੰ ਕਿਹਾ ਕਿ ਤੂੰ ਬੇਟਾ ਕੋਈ ਕੰਮ ਕਰ ਲਾ ਕੋਈ ਕਿਸੇ ਪਾਸੇ। ਬੇਟਾ ਤੁਹਾਡਾ ਕਿੱਥੇ ਆ ਇਸ ਟਾਈਮ? ਬੇਟਾ ਮੇਰਾ ਸ਼ਹਿਰ ਗਿਆ ਉਹ ਕੰਮ ਵਾਸਤੇ ਤੇ ਸ਼ਹਿਰ ਕੰਮ ਵਾਸਤੇ ਕੰਮ ਤੇ ਰਖਾਇਆ। ਉਹ ਕੰਮ ਵਾਸਤੇ ਸ਼ਹਿਰ ਜਾਂਦਾ ਬਿਲਕੁਲ ਹੀ ਐਵੇਂ 7-8 ਸਾਲ ਦਾ ਵਾ 3-4 ਤੇ ਕਿਸੇ ਨੇ ਦਿਨ ਕੰਮ ਤੇ ਹੋਏ ਰਖਾਇਆ। ਆ। ਛੋਟਾ ਜਿਹਾ ਬੱਚਾ 3-4 ਦਿਨ ਹੋਏ। 7-8 ਸਾਲ ਦਾ ਬੱਚਾ? ਨਹੀਂ ਇਹ 15-16 ਸਾਲ ਦਾ ਵਾ ਤੇ 3-4 ਦਿਨ ਹੋ ਗਿਆ ਕਿਸੇ ਦੇ ਅੱਗੇ ਪਿੱਛੇ ਨਾ ਕੋਈ ਮਾੜਾ ਜਿਹਾ ਖੜਾ ਕੀਤਾ ਵਾ ਤੇ ਬਸ ਕੋਈ ਹਾਲਾਤ ਨਹੀਂ। ਇੱਥੇ ਨਾ ਸਾਨੂੰ ਸੋਹਣੇ ਰੱਬ ਨੇ ਭੇਜਿਆ ਤੁਹਾਡੇ ਕੋਲ, ਠੀਕ ਆ? ਮਿਹਰਬਾਨੀ ਜੀ। ਤੇ ਨਹੀਂ ਇਹ ਉਹਦੀ ਮਿਹਰਬਾਨੀ ਹੈ, ਠੀਕ ਆ? ਜਿਹੜਾ ਸਾਡੀਆਂ ਸਾਹਾਂ ਤੇ ਵੀ ਜਿਹਦਾ ਕੰਟਰੋਲ ਆ, ਜਿਹਦੀਆਂ ਅਸੀਂ ਅਮਾਨਤਾਂ, ਜਿਹਦੇ ਕੋਲ ਅਸੀਂ ਚਲੇ ਜਾਣਾ ਇਨਸ਼ਾਅੱਲਾ। ਤੇ ਬਾਕੀ ਨਾ ਮੈਂ ਵੀਰੇ ਕੋਸ਼ਿਸ਼ ਇਹ ਕਰਦਾ ਹੁੰਨਾ ਕਰਨਾ ਮੈਂ ਕੀ ਆ, ਮੇਰੀ ਤਾਂ ਮੱਖੀਆਂ ਜਿਹੜੀਆਂ ਉੜੀਆਂ ਫਿਰਦੀਆਂ ਨਾ ਇਹਨਾਂ ਦੇ ਪਰ ਦੇ ਬਰਾਬਰ ਵੀ ਔਕਾਤ ਨਹੀਂ ਹੈਗੀ ਨਾ। ਤੇ ਕਰਨਾ ਰੱਬ ਸੋਹਣੇ ਨਹੀਂ ਆ। ਸਰ ਜੀ ਮੇਰੀ ਇੱਥੇ ਤੇ ਕੰਡੀਸ਼ਨ ਸੀ ਮੈਂ ਰੀੜ ਕੇ ਨਾ ਬਾਥਰੂਮ 'ਚ ਵਿੱਚ ਜਾਂਦਾ ਸੀ। ਮੈਨੂੰ ਚੁੱਕ ਕੇ ਬਾਥਰੂਮ 'ਚ ਮੇਰੀ ਬੇਟੀ ਔਰ ਮੇਰੀ ਬੇਗਮ ਲੈ ਕੇ ਜਾਂਦੀ ਸੀ। ਮੈਂ ਤੇ ਬਹੁਤ ਮੁਸ਼ਕਲ ਪਤਾ ਨਹੀਂ ਕਿਸ ਤਰ੍ਹਾਂ ਕਰ ਕਰਕੇ ਆਪਣਾ ਗੁਜ਼ਾਰਾ ਕਰਕੇ ਦਵਾਈ ਖਾ ਕੇ ਬਸ ਬਹੁਤ ਔਖਾ ਜ਼ਿੰਦਗੀ ਤੋਂ ਤੰਗ ਹੋ ਗਿਆ ਬਿਲਕੁਲ। ਅੱਛਾ ਅਗਰ ਅਸੀਂ ਇੱਕ ਤੁਹਾਨੂੰ ਚੋਇਸ ਦਈਏ, ਇਹ ਤੋਂ ਪਹਿਲੇ ਤਾਂ ਮੈਨੂੰ ਇਹ ਦੱਸੋ ਕਿ ਤੁਹਾਡਾ ਕੋਈ ਰਿਸ਼ਤੇਦਾਰ ਕਦੀ ਇੱਥੇ ਆ ਕੇ ਕਿਸੇ ਨੇ ਕਿਹਾ ਤੁਹਾਨੂੰ ਕਿ ਤੇਰੇ ਨਾਲ ਅਸੀਂ ਖੜੇ ਆ, ਤੈਨੂੰ ਫੈਮਿਲੀ ਨੂੰ ਸਟੈਂਡ ਕਰਦੇ? ਨਹੀਂ ਕਿਸੇ ਨੇ ਨਹੀਂ। ਪਿੰਡ ਦੇ ਵਿੱਚੋਂ ਕਿਸੇ ਨੇ ਆ ਕੇ ਕਿਹਾ ਹੋਵੇ? ਤੇ ਪਿੰਡ ਦੇ ਵਿੱਚੋਂ ਵੀ ਨਹੀਂ ਕੋਈ ਇਦਾਂ ਖੜੇ ਨਾਲ ਖੜੇ ਹੋ। ਨਹੀਂ ਇੱਕ ਥੋੜਾ ਨਾਰਮਲ ਸਪੋਰਟ ਤਾਂ ਹੋ ਹੀ ਜਾਂਦੀ ਪਿੰਡ 'ਚੋਂ, ਉਹ ਤਾਂ ਹੋਈ ਹੋਊਗੀ, ਲੇਕਿਨ ਪੱਕੀ ਸਪੋਰਟ ਦੀ ਗੱਲ ਕਰਦਾ। ਪੱਕੀ ਸਪੋਰਟ ਨਹੀਂ। ਅੱਛਾ ਨਹੀਂ ਜੀ ਕੋਈ। ਅਸੀਂ ਸਾਨੂੰ ਨਾ ਰੱਬ ਸੋਹਣੇ ਨੇ ਤੁਹਾਡੇ ਕੋਲ ਭੇਜਿਆ ਪੱਕੀ ਸਪੋਰਟ ਲਈ। ਤੇ ਤੁਸੀਂ ਹੁਣ ਇਹ ਦੱਸਣਾ ਸਾਨੂੰ ਕਿ ਤੁਸੀਂ ਆਪਣੀ ਜ਼ਿੰਦਗੀ 'ਚ ਕੀ ਐਸਾ ਕਰ ਸਕਦੇ ਆ ਜਿਹੜਾ ਬੇਟਾ ਤੁਹਾਡਾ ਕੰਮ ਕਰਨ ਗਿਆ ਨਾ ਉਹਨੂੰ ਤੁਸੀਂ ਵਾਪਸ ਬੁਲਾਉਣਾ, ਉਹ ਪੜੂਗਾ ਇਨਸ਼ਾਅੱਲਾ, ਸਕੂਲ ਅੱਗੇ ਖੁੱਲਦੇ ਆ, ਉਹ ਪੜੂਗਾ, ਠੀਕ ਆ? ਠੀਕ ਹੋ ਗਿਆ ਜੀ। ਤੁਸੀਂ ਅੱਗੇ ਕੀ ਕਰ ਸਕਦੇ ਆ ਤੁਸੀਂ ਸੋਚ ਲੈਣਾ, ਠੀਕ ਹੋ ਠੀਕ ਆ? ਠੀਕ ਹੋ ਗਿਆ। ਸੋਚ ਲੈਣਾ, ਤੁਸੀਂ ਤੁਹਾਨੂੰ ਟਾਈਮ ਦਿੰਨੇ ਆ। ਠੀਕ ਹੋ ਗਿਆ। ਜੇ ਤੁਹਾਡੀ ਸੋਚ ਕੋਈ ਹੈ ਤੁਸੀਂ ਉਹ ਸਾਨੂੰ ਦੱਸ ਦਿਓ। ਹਾਂਜੀ ਸੋਚ, ਹਾਂ ਤੁਸੀਂ ਸੋਚ ਲੈਣਾ ਕਿ ਕੀ ਕਰ ਸਕਦੇ, ਕਿਉਂ ਭਾਜੀ? ਸਹੀ ਹੈ, ਠੀਕ ਹੈ ਗੱਲ ਭਾਜੀ। ਤੇ ਅਸੀਂ ਤੁਹਾਨੂੰ ਉਹ ਕਾਰੋਬਾਰ ਕਰਾ ਕੇ ਦੇਣਾ। ਠੀਕ ਹੋ ਗਿਆ। ਨੌਕਰੀ ਨਹੀਂ ਰਖਾਉਣਾ, ਠੀਕ ਹੋ, ਮੁਲਾਜ਼ਮਤ ਨਹੀਂ ਕਰਾਉਣੀ, ਠੀਕ ਹੋ, ਤੁਹਾਨੂੰ ਤੁਹਾਡਾ ਕਾਰੋਬਾਰ ਜ਼ਾਤੀ ਕਰਾ ਕੇ ਦੇ ਦੇਣਾ ਤੁਹਾਡੇ ਹੀ ਘਰ ਦੇ ਵਿੱਚ। ਠੀਕ ਹੋ ਗਿਆ। ਤੁਸੀਂ ਮਾਸ਼ਾਅੱਲਾ ਗੱਲਬਾਤ ਮੇਰੇ ਨਾਲ ਕਰਨ ਡਏ ਆ, ਸੋਹਣੀ ਡੀਲ ਕਰ ਸਕਦੇ ਆ। ਬੜੀ ਮਿਹਰਬਾਨੀ। ਜਿਹੜੇ ਦੁਕਾਨਦਾਰ ਹੁੰਦੇ ਆ ਨਾ ਚਿੱਟੇ ਅਨਪੜ੍ਹ ਹੁੰਦੇ ਆ, ਹਾਂਜੀ ਉਹ ਬੈਠੇ ਹੀ ਚੀਜ਼ਾਂ ਵੇਚੀ ਜਾਂਦੇ ਆ, ਹਾਂਜੀ ਠੀਕ ਇਨਸ਼ਾਅੱਲਾ ਆ? ਜੀ ਇਨਸ਼ਾਅੱਲਾ। ਤੇ ਤੁਸੀਂ ਕਿੰਨੀਆਂ ਪੜ੍ਹੇ ਆ? ਤੁਸੀਂ? ਮੈਂ ਜੀ 8 ਪੜ੍ਹੇ ਆ। ਹਾਂਜੀ। ਤੁਸੀਂ ਤੁਹਾਡੀ ਗੱਲਬਾਤ ਤੋਂ, ਤੁਹਾਡੀ ਡੀਲਿੰਗ ਤੋਂ ਤੁਸੀਂ ਇੰਨਾ ਮੁਸ਼ਕਲ ਹਾਲਾਤ ਦੇ ਵਿੱਚੋਂ ਸਰਵਾਈਵ ਕਰਕੇ ਨਿਕਲੇ ਆ। ਤੁਹਾਡੇ ਸਬਰ ਤੋਂ ਮੈਂ ਤੁਹਾਨੂੰ ਇਸ ਚੀਜ਼ ਦਾ ਖਰਾਜੇ ਤਹਿਸੀਨ ਵੀ ਪੇਸ਼ ਕਰਦਾ, ਦਾਦ ਦਿੰਦਾ। ਮੈਂ ਕਿਹਾ ਬਾਈ ਯਕੀਨ ਕਰੋ ਮੇਰਾ ਬੇਟਾ ਵੀ ਆ, ਮੇਰਾ ਭਤੀਜਾ ਵੀ, ਇਹਨੂੰ ਪੁੱਛ ਲਓ ਕਦੀ ਅੱਜ ਤੱਕ ਕਿਸੇ ਕੋ ਇਹ ਨਹੀਂ ਕਿਹਾ ਕਿ ਮੇਰਾ ਹਾਲਾਤ ਖਰਾਬ ਮੈਨੂੰ 1000 ਦਿਓ, ਨਹੀਂ ਹੈਗਾ। ਸਬਰ ਕੀਤਾ, ਅੱਲਾ ਦਾ ਸ਼ੁਕਰ ਕੀਤਾ। ਰਾਤ ਭੁੱਖੇ ਰਹਿ ਲਿਆ ਇਹਨਾਂ ਨੇ, ਭੁੱਖਾ ਟਾਈਮ ਕੱਢ ਲਿਆ, ਲੇਕਿਨ ਕਿਸੇ ਦੇ ਮੂਹਰੇ ਜਾ ਕੇ ਹੱਥ ਨਹੀਂ ਅੱਡਿਆ ਹੈਗਾ। ਕੋਈ ਬੰਦਾ ਕਹੇ ਮੇਰੀ ਕੁੰਡੀ ਖੜਕਾਈ ਆ ਕਿ ਮੇਰੇ ਕੋ ਆਇਆ, ਨਹੀਂ ਕੋਈ ਸਾਬਤ ਕਰੇ ਨਹੀਂ। ਲੇਕਿਨ ਆਪਣਾ ਨਹੀਂ ਹੈ, ਦੁਆਦਾਰੂ ਨਹੀਂ ਹੈ, ਤੜਫ ਕੇ ਦਿਨ ਰਾਤ ਗੁਜ਼ਾਰ ਲੈ।
ਮੈਂ ਕਿਸੇ ਤੇ ਆਪਣੀ ਜਾਨ ਤੇ ਨਹੀਂ ਬੱਚਿਆਂ ਨੂੰ ਤੰਗ ਕੀਤਾ ਕਿ ਮੈਨੂੰ ਦਵਾਈ ਲਿਆਣ ਕੇ ਦਿਓ, ਮੈਨੂੰ ਇਸ ਤਰ੍ਹਾਂ ਕਰੋ। ਤੁਸੀਂ ਇਹ ਜਿਹੜਾ ਜਦੋਂ ਇਹ ਮਸਲਾ ਬਣਿਆ ਤੇ ਤੁਸੀਂ ਇਹਦਾ ਫਿਰ ਟ੍ਰੀਟਮੈਂਟ ਕਿੱਦਾਂ ਕਰਾਇਆ, ਇਲਾਜ ਕਿੱਦਾਂ ਕਰਾਇਆ? ਟ੍ਰੀਟਮੈਂਟ ਬਸ ਏਦਾਂ ਹੀ ਭੈਣਾਂ ਭਰਾਵਾਂ ਦੇ ਨਾਲ ਕੁਝ ਬਸ ਅੱਲਾਹ ਤਾਲਾ ਘਰ ਦੀਆਂ ਕੁਦਰਤ ਚੀਜ਼ਾਂ ਵੇਚ ਕੇ, ਕੋਈ ਘਰ ਦੀਆਂ ਚੀਜ਼ਾਂ ਜਿਹੜੀਆਂ ਜ਼ਰੂਰਤ ਦੀਆਂ ਸੀਗੀਆਂ ਉਹ ਵੇਚੀਆਂ ਇਹਨਾਂ ਨੇ, ਉਹ ਵੇਚ ਕੇ ਆਪਣੇ ਤੇ ਇਲਾਜ ਕਰਾਇਆ ਇਹਨਾਂ ਨੇ। ਬਹੁਤ ਹਾਲਾਤ ਔਖੇ ਗੁਜ਼ਰੇ ਇਹਨਾਂ ਦੇ ਵਿਚਾਰਿਆਂ ਦੇ। ਤੁਸੀਂ ਨਾ ਹੁਣ ਇਦਾਂ ਕਰ ਰਹੀਆਂ, ਵੀਰਾ ਤੁਹਾਡੇ ਕੋਲ ਬੈਠਾ, ਬਜ਼ੁਰਗ ਤੁਹਾਡੇ ਕੋਲ ਬੈਠੇ ਆ, ਠੀਕ ਹੋ ਤੁਸੀਂ ਕਰਨਾ ਮਸ਼ਵਰਾ ਆਪਸ ਦੇ ਵਿੱਚ। ਠੀਕ ਹੋ ਠੀਕ ਆ ਭਾਜੀ, ਸੋਹਣਾ ਜਿਹਾ ਇਹਨਾਂ ਨੂੰ ਮਸ਼ਵਰਾ ਦੇਣਾ, ਆਪਾਂ ਇਹਨਾਂ ਨੂੰ ਕੋਈ ਦੁਕਾਨ ਬਣਾ ਕੇ ਦਈਏ, ਕੋਈ ਕੰਮ ਕਰਕੇ ਦਈਏ। ਹਾਂ, ਤੁਸੀਂ ਇਹ ਦੱਸਣਾ ਕਿ ਤੁਸੀਂ ਕੰਮ ਕਰ ਕੀ ਸਕਦੇ ਆ। ਠੀਕ ਹੋ ਠੀਕ ਆ, ਠੀਕ ਹੋ 32-20 ਕੰਮ ਆ, ਮਿਹਨਤ ਕਰਨ ਵਾਲਾ ਬੰਦਾ ਭੁੱਖਾ ਨਹੀਂ ਹੁੰਦਾ। ਬੰਦਾ ਜੰਗਲ ਦੇ ਵਿੱਚ ਵੀ ਮੈਂ ਕਿਹਾ ਜੀ ਲਾ ਲੈਣ ਰੋਜੀ ਦਾ ਅੱਡਾ, ਤਾਂ ਉਹ ਵੀ ਚੱਲ ਯਕੀਨ ਜਾਂਦਾ। ਕਰੋ ਕਿ ਮੈਂ ਜੀ 36 ਘੰਟੇ ਕੰਮ ਕਰਨ ਵਾਲਾ ਸੀ। ਮੈਂ ਜਦੋਂ ਕੰਮ ਕਰਦਾ ਸੀ ਮੈਨੂੰ ਲੋਕ ਖੜੇ ਹੋ ਕੇ ਦੇਖਦੇ ਸੀ। ਇੱਕ ਦਫਾ ਸਮੁੰਦਰੀ ਮਾਰਬਲ ਤੋਂ ਆਇਆ ਬੰਦਾ, ਲਾਹੌਰ ਮਾਰਬਲ, ਉਹ ਮੈਨੂੰ ਕਹਿੰਦਾ ਬੇਟਾ ਬੰਦ ਕਰੀ ਭਾਈ 2 ਮਿੰਟ। ਮਸ਼ੀਨ ਬੰਦ ਕੀਤੀ, ਮੈਨੂੰ ਕਹਿੰਦਾ ਇੱਕ ਗੱਲ ਦੱਸ ਭਲਵਾਨ ਜੀ, ਮੈਨੂੰ ਇਹ ਦੱਸ ਤੇਰੀ ਸਪੀਡ ਇੰਨੀ ਆ ਜਾਂ ਮਸ਼ੀਨ ਦੀ ਸਪੀਡ ਇੰਨੀ? ਮੈਂ ਉਹਨੂੰ ਕਿਹਾ, ਮੈਂ ਕਿਹਾ ਸਰ ਜੀ ਮੇਰੇ ਉੱਪਰ ਕੈਮਰਾ ਲੱਗਾ, ਲੇਕਿਨ ਮੈਨੂੰ ਨਹੀਂ ਪਤਾ ਕਿ ਮੇਰੇ ਉੱਪਰ ਕੈਮਰਾ, ਮੈਂ ਅੱਲਾ ਨੂੰ ਦੇਖ ਰਿਹਾ ਤੇ ਮਾਲਕਾਂ ਨੂੰ ਦੇਖ ਰਿਹਾ, ਆਪਣੀ ਹਲਾਲ ਦੀ ਰੋਜ਼ੀ ਕਮਾ ਰਿਹਾ, ਮੈਨੂੰ ਇਸ ਗੱਲ ਦਾ। ਉਹ ਬਹੁਤ ਖੁਸ਼ ਹੋਇਆ, ਕਹਿੰਦਾ ਕਿ ਯਾਰ ਅਗਰ ਇਸ ਤਰ੍ਹਾਂ ਸਾਡੇ ਵਰਕਰ ਵੀ ਕੰਮ ਕਰਨ ਤੇ ਅਸੀਂ ਉਹਨਾਂ ਨੂੰ ਕਿੱਦਾਂ ਨਾ ਕੇਅਰ ਕਰੀਏ। ਅੱਛਾ, ਹੁਣ ਤੁਸੀਂ ਨਾ, ਉਹ ਤੁਹਾਡੀ ਭਾਜੀ ਅੱਛੀ ਸੋਚ ਸੀ, ਉਹ ਤੁਹਾਡਾ ਰੱਬ ਦੇ ਨਾਲ ਸੀਗਾ ਤਲਕ ਅੱਛਾ, ਠੀਕ ਆ। ਅੱਲਾਹ ਪਾਕ ਨੇ ਤੁਹਾਨੂੰ ਜਿੱਦਾਂ ਕਿੱਦਾਂ ਵੀ ਇੱਕ ਦੂਜੀ ਜ਼ਿੰਦਗੀ ਦੇ ਦਿੱਤੀ ਨਾ, ਦੂਜੀ ਜ਼ਿੰਦਗੀ। ਦੂਸਰੀ ਉਹ ਕਹਿੰਦੇ ਨਾ ਕਿ ਬਾਪ ਬੇਸ਼ੱਕ ਲੱਤ ਟੁੱਟ ਜਾਏ, ਬਾਂਹ ਟੁੱਟ ਜਾਏ, ਮੰਜੀ ਤੇ ਪਿਆ ਹੋਵੇ, ਲੇਕਿਨ ਆਪਣੇ ਬੱਚਿਆਂ ਦੇ ਕਾਇਮ ਹੋਵੇ। ਤੁਸੀਂ ਇਸ ਘਰ 'ਚ ਮੌਜੂਦ ਆ, ਠੀਕ ਆ, ਸਭ ਤੋਂ ਵੱਡੀ ਨੇਮਤ ਹੈਗੀ ਇਹ। ਤੇ ਬਾਕੀ ਤੁਸੀਂ ਸਬਰ ਜਿੰਨਾ ਕੀਤਾ, ਠੀਕ ਆ, ਬਹੁਤ ਸਬਰ ਕੀਤਾ, ਬੜਾ ਸਬਰ ਤੇ ਉਸ ਸਬਰ ਦਾ ਨਤੀਜਾ ਅੱਲਾਹ ਪਾਕ ਨੇ ਅੱਜ ਇਹ ਕੱਢਿਆ। ਅੱਜ ਕਿਸੇ ਰਿਸ਼ਤੇਦਾਰ ਨੇ ਮੈਨੂੰ ਆਣ ਕੇ ਇਹ ਨਹੀਂ ਪੁੱਛਿਆ ਕਿ ਤੂੰ ਖਾਧੀ ਆ ਜਾਂ ਨਹੀਂ ਖਾਧੀ, ਜਾਂ ਤੇਰੇ ਕੋਲ ਕੋਈ ਰੁਪਈਆ ਹੈਗਾ ਜਾਂ ਨਹੀਂ ਹੈਗਾ। ਬਹੁਤ ਹੀ ਜ਼ਿਆਦਾ ਔਖੇ ਹਾਲਾਤ ਗੁਜ਼ਾਰੇ ਭਾਈ ਉਹਨਾਂ ਨੇ। ਹੁਣ ਇਸ ਟਾਈਮ ਵੀ ਬੜਾ ਔਖਾ ਹਾਲਾਤ ਜਾਣ ਡਿਆ ਜੀ। ਤੁਸੀਂ ਭਾਜੀ ਔਖੇ ਹਾਲਾਤ ਜਿਹੜੇ ਉਹ ਸਾਈਡ ਨੂੰ ਕਰ ਲੈਣੇ ਆ, ਤੇ ਆਪਾਂ ਇਨਸ਼ਾਅੱਲਾ ਤਾਲਾ ਨਾ ਤੁਹਾਡੇ ਲਈ ਸੋਹਣਾ, ਰੱਬ ਸੋਹਣਾ ਸਵਾਬ ਲਾਊਗਾ, ਠੀਕ ਆ। ਤੇ ਬਾਕੀ ਇਹ ਆ, ਮੇਰੀ ਹਰੀ ਡਾਇਰੀ ਦੇ ਬਾਕੀ ਇਹ ਆ ਭਾਜੀ ਕਿ ਅਸੀਂ ਤੁਹਾਡੇ ਲਈ ਕੋਈ ਬਿਹਤਰ ਜਿਹੜਾ ਨਾ ਉਹ ਸਿਸਟਮ ਬਣਾ ਕੇ ਦੇਵਾਂਗੇ। ਸੋਚ ਤੁਸੀਂ ਲੈਣਾ, ਠੀਕ ਆ, ਕਰਨਾ ਮੇਰੇ ਰੱਬ ਨੇ ਆ, ਕੋਸ਼ਿਸ਼ ਸਾਡੀ ਆ ਬਹੁਤ। ਤੇ ਇਨਸ਼ਾਅੱਲਾ ਤਾਲਾ ਵੀਰੇ ਲਈ ਕੋਈ ਸੋਹਣਾ ਸੈਟਅਪ ਹੋਊਗਾ। ਤੁਸੀਂ ਵੈਸੇ ਵੀ ਤਾਂ ਆਪਣੀ ਜ਼ਿੰਦਗੀ ਇੱਥੇ ਬੈਠ ਕੇ ਕੱਢਣ ਹੀ ਰਹੇ ਨਾ। ਹਾਂਜੀ, ਵੈਸੇ ਵੀ ਵਕਤ ਕੱਢ ਵੈਸੇ ਰਹੇ ਵੀ ਗੁਜ਼ਾਰਾ। ਹਾਂਜੀ, ਕਿ ਚਲੋ ਕਿ ਰਜ਼ਾਮੰਦੀ ਨਾਲ ਕੋਈ ਚੱਲ ਜਾਵੇ ਤੇ ਚਲੋ ਆਪਣਾ ਸਰਕਟ ਚਲਾਉਣ ਜੋਗੇ ਹੋ ਜਾਣਗੇ, ਕਿ ਚਲੋ ਕੋਈ 2 ਰੁਪਏ ਆਣਗੇ, ਮੇਰੇ ਬੱਚੇ ਕੋਈ ਸਕੂਨ ਦੇ ਨਾਲ ਕੋਈ ਚੀਜ਼ ਖਾ ਲੈਣਗੇ। ਬਾਅਦ ਕਾਤ ਮੇਰੇ ਬੱਚੇ ਦੇਖ ਨਹੀਂ ਹੁੰਦੇ, ਭੁੱਖੇ ਸੋ ਜਾਂਦੇ। ਜੀ ਮਾਸੂਮ ਬੱਚੇ ਮੇਰੇ, ਉਹ ਐਨਾ ਕਿ ਕਦੀ ਨਹੀਂ ਉਹਨਾਂ ਨੇ ਕਿਹਾ ਕਿ ਪਾਪਾ ਘਰ ਕੁਛ ਹੈਗਾ ਨਹੀਂ, ਅਸੀਂ ਭੁੱਖੇ ਸੋ ਜਾਂਦੇ। ਸਵੇਰ ਉਹਨਾਂ ਨੂੰ ਕੁਛ ਕਰ ਕਰਾ ਕੇ ਦੇਣਾ, ਇਸ ਤਰ੍ਹਾਂ ਜਾਨੀ ਕਿ ਬੀਵੀ ਉਹਨੇ ਅੱਜ ਤਾਈਂ ਤੰਗ ਨਹੀਂ ਕੀਤਾ ਕਿਸੇ ਗੱਲ ਤੋਂ ਵੀ। ਕਿਹਾ ਕਿ ਅੱਲਾਹ ਤਾਲਾ ਸਬਬ ਲਾਏਗਾ, ਕਦੀ ਤਾਂ ਰੱਬ ਸੁਣੇਗਾ ਹੀ ਨਾ। ਤੁਹਾਡੇ ਕੋਲ ਹੁਣ ਵੀ ਰੱਬ ਸੋਹਣੇ ਨੇ ਭੇਜਿਆ, ਠੀਕ ਆ। ਤੇ ਅੱਲਾਹ ਪਾਕ ਦੀ ਤਰਫੋਂ ਅਸੀਂ ਤੁਹਾਨੂੰ ਕੋਈ ਅਮਾਨਤ ਦਿੰਨੇ ਆ, ਉਹ ਤੁਸੀਂ ਕਰ ਲਈਓ ਕਬੂਲ, ਠੀਕ ਆ। ਤੇ ਉਹਨੇ ਕੁ ਦਿਨ ਤੁਸੀਂ ਸੋਚ ਲੈਣਾ, ਅਗਲਾ ਜਿਹੜਾ ਸਿਸਟਮ ਹੋਊਗਾ ਬਿਹਤਰ, ਉਹ ਅੱਲਾਹ ਪਾਕ ਬਿਹਤਰ ਸਵਾਬ ਲਾਊਗਾ, ਠੀਕ ਆ। ਬੜੀ ਬਹੁਤ ਖੁਸ਼ ਰਹੋ। ਇਹ ਪੈਸੇ ਗਿਣੋ ਕਿੰਨੇ ਆ ਜੀ? 20,000। ਆ ਵੀ ਪੂਰੇ ਕਰੋ ਜੀ। ਕਿੰਨੇ ਹੋ ਗਏ ਜੀ? 30 ਹੋ ਗਿਆ। ਇਹ ਨਾ ਬਾਜੀ ਹਾਜਰਾ ਆ, ਯੂਕੇ ਤੋਂ, ਇੰਗਲੈਂਡ ਤੋਂ। ਕੀ ਨਾਮ ਆ? ਬਾਜੀ ਹਾਜਰਾ। ਹਾਂ, ਮਾਸ਼ਾ ਬਾਜੀ ਹਾਜਰਾ, ਕਿੱਡਾ ਮੁਕੱਦਸ ਨਾਮ ਆ। ਕਿਆ ਬਾਤ। ਤੇ ਬਾਜੀ ਹਾਜਰਾ ਯੂਕੇ ਤੋਂ ਆ, ਉਹਨਾਂ ਦੀ ਤਰਫੋਂ ਇਹ ਅਮਾਨਤ ਆਈ ਆ। ਕਿੰਨੇ ਪੈਸੇ ਆ ਜੀ ਇਹ? 30,000 ਰੁਪਏ। ਹਾਂ, 30,000 ਸੀਗਾ। ਅੱਲਾਹ ਤਾਲਾ ਉਹਨਾਂ ਨੂੰ ਜ਼ਿੰਦਗੀ ਦੇਵੇ, ਅੱਲਾਹ ਤਾਲਾ ਦੁੱਗਣਾ ਦੇਵੇ, ਅੱਲਾਹ ਤਾਲਾ ਸਿਹਤ ਤੰਦਰੁਸਤੀ ਦੇਵੇ ਜੀ ਉਹਨਾਂ ਨੂੰ। ਆਮੀਨ। ਬੜੀ ਮਿਹਰਬਾਨੀ ਉਹਨਾਂ ਦੀ। ਉਸ ਬਾਜੀ ਉਹਨਾਂ ਨੇ ਸਾਡੇ ਬੱਚਿਆਂ ਦਾ ਚਲੋ ਰੋਜ਼ੀ ਦਾ ਮਸਲਾ ਵੀ ਬਣਾਤਾ, ਕੋਈ ਚਲੋ ਉਹਨਾਂ ਸਾਡੇ ਬੱਚੇ ਕੋਈ ਨਹੀਂ, ਇਹ ਰੋਜ਼ੀ ਦਾ ਮਸਲਾ ਨਹੀਂ ਹੈ। ਇਹ ਤੁਸੀਂ ਆਪਣੀ ਦਵਾਈ ਲੈ ਲੈਣੀ ਆ, ਤੁਸੀਂ ਘਰ ਰਾਸ਼ਨ ਲੈ ਲੈਣਾ, ਤੁਸੀਂ ਆਪਣਾ ਘਰ ਗੋਸ਼ਤ ਸੋਹਣਾ ਜਿਹਾ ਪਕਾ ਕੇ ਘਰ ਰੋਟੀ ਸੋਹਣੀ ਪਕਾਣੀ। ਯਕੀਨ ਕਰੋ ਮੇਰਾ ਬੱਚਾ ਅੱਜ ਮਹੀਨਾ ਹੋ ਗਿਆ, ਲਾ ਇਲਾਹਾ ਇਲੱਲਾਹ ਮੁਹੰਮਦ ਸੋ, ਬੱਚਾ ਮੇਰਾ ਗੋਸ਼ਤ ਮੰਗਦਾ। ਅਖੀਰੀ ਮੇਰੀ ਇੱਕ ਨੇ ਉਹ ਗੱਲ ਕੀਤੀ ਤੇ ਉਹ ਅੱਜ ਗੋਸ਼ਤ ਦੇ ਕੇ ਗਈ, ਕਿ ਕਹਿੰਦੀ ਕਿ ਚੱਲ ਮੈਂ 2-4 ਦਿਨ ਨਾ ਮੈਂ ਆਪਣੇ ਪੁੱਤ ਨੂੰ, ਛੋਟਾ ਬੇਟਾ ਮੇਰਾ ਹੈ ਜਿਹੜਾ ਹੈ,
ਤੇ ਮੈਂ ਯਕੀਨ ਕਰੋ ਕਿ ਇਹ ਮਾਸੂਮ ਉਰਿਆ ਮੇਰਾ ਪੁੱਤ ਕਦੀ ਨਹੀਂ ਕਦੀ ਕਿ ਮੈਂ ਇੰਨਾ ਯਕੀਨ ਕਰੋ ਕਿ ਤੰਗ ਹੋ ਗਿਆ ਕਿ ਮੈਂ ਇਹਦੀ ਖਾਤਰ ਮੇਰੇ ਜਾਨ ਮੇਰੇ ਤੋਂ ਬਗੈਰ ਰੋਟੀ ਨਹੀਂ ਖਾਂਦਾ। ਮੈਂ ਅਚਾਰ ਦੇ ਨਾਲ ਮੈਂ ਰੋਟੀ ਵੀ ਮੂੰਹ 'ਚ ਪਾਵਾਂ ਨਾ, ਮੇਰਾ ਬੇਟਾ ਉਹ ਵੀ ਖਾਂਦਾ। ਕਦੀ ਨਹੀਂ ਇਸ ਕੋਈ ਨਹੀਂ, ਤੁਸੀਂ ਇਸ ਪੁੱਤ ਨੂੰ ਜਿਹੜਾ ਨਾ ਉਹ ਤੁਸੀਂ ਜੋ ਵੀ ਮੰਗਦਾ ਇਹਨੂੰ ਲਿਆ ਕੇ ਦੇਣਾ, ਠੀਕ ਹੈ, ਮੰਗਾ ਕੇ ਦੇਣਾ, ਠੀਕ ਹੈ ਭਾਜੀ। ਤੇ ਇਹ ਤੁਹਾਡੀ ਇਹ ਅਮਾਨਤ ਭੇਜੀ ਬਾਜੀ ਨੇ, ਉਹ ਤੁਹਾਨੂੰ ਦੇਤੀ। ਬਹੁਤ ਬਹੁਤ ਸ਼ੁਕਰੀਆ ਬਾਜੀ ਆਦਨਾ, ਅੱਲਾਹ ਤਾਲਾ ਤੁਹਾਨੂੰ ਇੰਨਾ ਦੇਵੇ ਜਿੰਨਾ ਯਕੀਨ ਕਰੋਗੇ ਤੁਸੀਂ। ਅੱਲਾਹ ਤਾਲਾ ਤੰਦਰੁਸਤੀ ਦੇਵੇ। ਬਹੁਤ ਮੈਂ ਤਾਂ ਦੁਆ ਦਿਲੀ ਦੁਆ ਮੇਰੀ ਕਿ ਅੱਲਾਹ ਤਾਲਾ ਤੁਹਾਨੂੰ ਰਹਿਮਤ ਕਰੇ ਤੁਹਾਡੇ ਤੇ। ਮੈਨੂੰ ਬੜੀ ਖੁਸ਼ੀ ਹੋਈ ਕਿ ਮੇਰੀ ਭੈਣ ਨੇ ਕਿ ਚਲੋ ਮੇਰੇ ਬੱਚਿਆਂ ਲਈ ਰੋਜ਼ੀ ਦਾ ਵਸੀਲਾ ਬਣਾਤਾ। ਚਲੋ ਮੇਰੇ ਬੱਚੇ 4 ਦਿਨ ਆਪਣਾ ਖਾਣਗੇ, ਚਲੋ ਸਕੂਨ ਨਾਲ। ਤੁਸੀਂ ਹਾਂ ਤੁਸੀਂ ਨਾ ਤੁਸੀਂ ਹੁਣ ਅਗਲਾ ਕੰਮ ਵੀ ਸੋਚਣਾ, ਆਪਾਂ ਤੁਹਾਨੂੰ ਅਗਲਾ ਕੰਮ ਵੀ ਕਰਾ ਕੇ ਦੇਣਾ। ਬਹੁਤ ਮਿਹਰਬਾਨੀ। ਠੀਕ ਹੈ, ਠੀਕ ਹੋ ਗਿਆ। ਹਾਂ ਤੇ ਬਹੁਤ ਮਿਹਰਬਾਨੀ। ਕਿੰਨੇ ਕਾਲਾ ਵੈਸੇ ਕੰਮ ਸੋਚੋਗੇ ਤੁਸੀਂ, ਕਿੰਨੇ ਦਾ ਕਰਾ ਦਈਏ ਤੁਹਾਨੂੰ ਕੰਮ? ਇਹ ਅੱਗੇ ਤਾਂ ਤਕਰੀਬਨ ਲੱਖ ਦੇ ਕਰੀਬ ਦਾ ਲੱਖ ਕਦਾ ਹੋ ਜਾਏ, ਤੁਸੀਂ ਲੱਖ ਤੋਂ ਤਾਂ ਦਾ ਸੋਚ ਲਿਓ, ਠੀਕ ਆ। ਠੀਕ ਤੁਸੀਂ 1.5 ਤੋਂ ਵੀ ਤਾਂ ਦਾ ਸੋਚ ਲਿਓ। ਬੜੀ ਮਿਹਰਬਾਨੀ। ਤੁਸੀਂ 2 ਦਾ ਸੋਚ ਲਿਓ। ਬੜੀ ਮਿਹਰਬਾਨੀ, ਬਹੁਤ ਸ਼ੁਕਰੀਆ ਜੀ। ਹਾਂ ਤੁਸੀਂ ਅੱਲਾਹ ਤਾਲਾ 2 ਤੋਂ ਤਾਂ ਦਾ ਸੋਚ ਲਿਓ। ਉਹ ਬੜੀ ਮਿਹਰਬਾਨੀ। ਬਹੁਤ ਬਹੁਤ ਮੇਰੇ ਭਰਾਵਾਂ ਨੂੰ ਅੱਲਾਹ ਤਾਲਾ ਤੰਦਰੁਸਤੀ ਦੇਵੇ। ਯਕੀਨ ਕਰੋ ਮੈਂ ਬਹੁਤ ਤੁਹਾਡਾ ਸ਼ੁਕਰਗੁਜ਼ਾਰ ਹਾਂ। ਤੁਸੀਂ ਮੇਰੇ ਕੋ ਗਰੀਬ ਕੋ ਆਏ, ਤੁਸੀਂ ਯਕੀਨ ਕਰੋ ਮੇਰੀ ਇਮਦਾਦ ਕੀਤੀ। ਮੈਂ ਦੇਣ ਨਹੀਂ ਦੇ ਸਕਦਾ ਤੁਹਾਡਾ ਜਿੰਨਾ ਤੁਸੀਂ ਮੇਰੇ ਨਾਲ ਪਿਆਰ ਕੀਤਾ। ਮੇਰੇ ਬਾਜੀ ਹਾਜ਼ਰਾਂ ਨੂੰ ਬਹੁਤ ਬਹੁਤ ਮੇਰੇ ਵੱਲੋਂ ਬੜੀ ਉਹਨੂੰ ਵੀ ਅੱਲਾਹ ਤਾਲਾ ਕਰਮ ਕਰੇ ਉੱਤੇ। ਮੈਂ ਦਿਲੀ ਉਹਨਾਂ ਨੂੰ ਬਹੁਤ ਇੰਨਾ ਖੁਸ਼ ਹਾਂ ਕਿ ਮੈਂ ਯਕੀਨ ਕਰੋ ਕਿ ਉਹਨਾਂ ਨੂੰ ਸੋਚ ਨਹੀਂ ਸਕਦਾ। ਮੇਰੇ ਬੱਚੇ ਖਾਣਗੇ ਜ਼ਿੰਦਗੀ ਭਰ। ਮੈਂ ਬਾਜੀ ਹਾਜ਼ਰਾਂ ਨੂੰ ਨਹੀਂ ਭੁੱਲ ਸਕਦਾ, ਨਾ ਮੈਂ ਆਪਣੇ ਭਾਈਆਂ ਨੂੰ ਭੁੱਲ ਸਕਦਾ ਜਿਨ੍ਹਾਂ ਭਾਈਆਂ ਨੇ ਆਏ ਮੇਰੀ ਇਮਦਾਦ ਕੀਤੀ, ਮੇਰਾ ਦੱਸਿਆ ਪੁੱਛਿਆ। ਅਸੀਂ ਕੁਝ ਵੀ ਨਹੀਂ ਕੀਤਾ। ਮੈਂ ਬਹੁਤ ਸ਼ੁਕਰਗੁਜ਼ਾਰ ਹਾਂ। ਨਹੀਂ ਅਸੀਂ ਨਹੀਂ ਅੱਲਾਹ ਕੁਝ ਤਾਲਾ ਕੀਤਾ। ਫਿਰ ਵੀ ਅੱਲਾਹ ਤਾਲਾ ਦਿਲ ਦੇ ਵਿੱਚ ਵਸਦਾ। ਅੱਲਾਹ ਤਾਲਾ ਨੇ ਸਬਬ ਬਣਾਏ ਆ, ਫਿਰ ਵੀ ਇਹ ਵੀ ਬੜੀ ਗੱਲ ਹੁੰਦੀ ਜੀ। ਹਾਂਜੀ ਅਸੀਂ ਕੁਝ ਨਹੀਂ ਕੀਤਾ ਤੇ ਬਾਕੀ ਸੋਹਣਾ ਰੱਬ ਸਾਡਾ ਇਹ ਸਫ਼ਰ ਕਬੂਲ ਕਰੇ ਜੀ। ਹੁਣ ਤੁਸੀਂ ਸਾਨੂੰ ਦੇਣੀ ਇਜਾਜ਼ਤ ਤੇ ਬਹੁਤ ਬਹੁਤ ਮਿਹਰਬਾਨੀ, ਬਹੁਤ ਬਹੁਤ ਮਿਹਰਬਾਨੀ। ਹੁਣ ਤੁਸੀਂ ਇਜਾਜ਼ਤ ਸਾਨੂੰ ਦਿਓ, ਇਨਸ਼ਾਅੱਲਾ ਫਿਰ ਮੁਲਾਕਾਤ ਹੋਏਗੀ ਜਲਦੀ, ਠੀਕ ਆ। ਅਸੀਂ ਫੋਨ ਨੰਬਰ ਤੁਹਾਨੂੰ ਦੇ ਕੇ ਜਾਂਦੇ ਆ, ਤੁਸੀਂ ਕੰਮ ਸੋਚ ਲੈਣਾ, ਸਾਨੂੰ ਦੱਸ ਦੇਣਾ, ਜਲਦੀ ਦੱਸਣਾ, ਠੀਕ ਆ। ਜਿੰਨੀ ਜਲਦੀ ਤੁਹਾਨੂੰ ਆ ਨਾ ਤੁਹਾਡੇ ਤੋਂ ਜ਼ਿਆਦਾ ਜਲਦੀ ਸਾਨੂੰ, ਠੀਕ ਆ। ਠੀਕ ਹੋ ਤੇ ਆਪਾਂ ਇਨਸ਼ਾਅੱਲਾ ਤਾਲਾ ਇਸ ਕੰਮ ਨੂੰ ਪਾਰ ਲਾਈਏ। ਠੀਕ ਆ ਭਾਜੀ, ਬਿਸਮਿਲ੍ਲਾ ਜੀ। ਬਹੁਤ ਸ਼ੁਕਰੀਆ। ਅੱਛਾ ਜੀ ਬਾਬਾ ਜੀ, ਇਜਾਜ਼ਤ ਦੇਣਾ ਜੀ। ਇਹ ਜੀ ਮੇਰੇ ਵੱਡੇ ਭਰਾ 15 ਸਾਲ ਹੋ ਗਏ ਮੈਨੂੰ ਇੱਥੇ ਆਏ ਨੂੰ। ਪੁੱਛੋ ਕਦੀ ਇੱਕ ਦੂਸਰੇ ਨਾਲ ਉਹ ਇਹ ਵੀ ਹੋਈ ਹੋਵੇ। ਮੈਂ ਇਹਨਾਂ ਦਾ ਬੱਚਾ ਵੀ ਹਾਂ, ਸਬਰ ਕੀਤਾ ਘਰ ਦੇ ਵਿੱਚ ਜਿੰਨੀਆਂ ਵੀ ਮੁਸ਼ਕਲਾਂ ਆਈਆਂ ਬੱਚਾ ਵੀ ਹਾਂ ਤੇ ਸਾਨੂੰ ਫਖਰ ਹੈ। ਇਹ ਮੇਰੇ ਵਾਲਿਦ ਇਹਨਾਂ ਦੇ ਫੌਤ ਹੋ ਗਏ, ਮੇਰੇ ਭਰਾਵਾਂ ਨਾਲੋਂ ਵੀ ਵੱਧ ਕੇ ਸੀ। ਇਹ ਮੇਰੇ ਭਤੀਜੇ, ਮੈਂ ਕਹਿੰਦਾ ਇੰਨੀ ਜਾਨ ਵਾਰਦੇ ਆ ਕਿ ਮੈਂ ਸੋਚ ਨਹੀਂ ਸਕਦਾ ਇਹਨਾਂ ਦੇ। ਤੇ ਲੇਕਿਨ ਯਕੀਨ ਕਰੋ ਕਿ ਮੈਨੂੰ ਯਕੀਨ ਕਰੋ ਅੱਲਾ ਨੇ, ਮੈਂ ਤੁਹਾਨੂੰ ਤੁਹਾਡੇ ਬਾਰੇ ਤਾਂ ਮੈਂ ਸੋਚ ਨਹੀਂ ਸਕਦਾ। ਮੈਂ ਤੁਹਾਨੂੰ ਮੈਂ ਕਿੱਦਾਂ ਤੁਹਾਡਾ ਨਹੀਂ ਬੈਠੋ ਬਹੁਤ ਯਕੀਨ ਕਰੋ ਨਾ। ਬੜਾ ਬਹਿ ਜਾਓ ਖੜੇ ਨਹੀਂ ਹੋਣਾ ਤੁਸੀਂ ਤੇ ਸਾਨੂੰ ਦਿਓ ਇਜਾਜ਼ਤ। ਖੁਸ਼ ਆਪਣਾ ਖਿਆਲ ਰੱਖਿਓ ਖਸੂਸੀ ਤੌਰ ਤੇ, ਠੀਕ ਆ। ਆ ਪੁੱਤ ਨੂੰ ਤੁਸੀਂ ਨਾ ਕੋਈ ਚੀਜ਼ ਅੱਛੀ ਜੀ ਖਿਲਾ ਦੇਣੀ। ਅੱਛਾ ਜੀ ਬਾਬਾ ਜੀ। ਚਾਚੂ ਹੈ, ਚਾਚੂਆਂ ਨੇ ਦੇਖ ਲਾ ਤੇਰੇ ਵਾਸਤੇ ਪੁੱਤ ਕੀ ਕੀ ਕਰ ਦਿੱਤਾ। ਕੁਛ ਵੀ ਨਹੀਂ ਕੀਤਾ, ਕੁਛ ਨਹੀਂ ਕੀਤਾ। ਹੁਣ ਜਿਸ ਤਰ੍ਹਾਂ ਮੈਂ ਕਿਹਾ ਭਾਜੀ ਕੁਛ ਨਹੀਂ ਕੀਤਾ, ਬੱਚੇ ਨੂੰ ਕੁਛ ਨਹੀਂ ਦੇਣਗੇ ਬੱਚੇ, ਹਾਂ ਕੁਛ ਨਹੀਂ ਕੀਤਾ। ਖਾਣਗੇ ਬੱਚੇ। ਠੀਕ ਆ ਜੀ, ਅਸਲਾਮ ਅਲੈਕੁਮ।